आओ ਅੱਗੇ ਦਾ ਸਫ਼ਰ ਜਾਰੀ ਰੱਖਦੇ ਹੋਏ ਸੁਣਦੇ ਹਾਂ ਪੰਜਾਬੀ ਆਡੀਓ ਬੁੱਕ ਪਾਓਲੋ ਕੋਲਹੋ ਦੁਆਰਾ ਲਿਖਤ ਕਿਤਾਬ ਸੁਪਨਸਾਜ਼। ਮੁੰਡੇ ਨੇ ਸੋਚਿਆ, ਅਫਰੀਕਾ ਕਿੰਨਾ ਅਜੀਬ ਹੈ। ਉਹ ਟੈਂਗੀਅਰ ਦੀਆਂ ਪੀੜੀਆਂ ਗਲੀਆਂ ਵਿੱਚ ਬਣੇ ਹੋਏ ਬਹੁਤ ਸਾਰੇ ਕਾਵਾ ਘਰਾਂ ਵਿੱਚੋਂ ਇੱਕ ਵਿੱਚ ਬੈਠਾ ਸੀ। ਕੁਝ ਲੋਕ ਇੱਕ ਵੱਡੇ ਸਾਰੇ ਹੁੱਕੇ ਚੋਂ ਤੰਬਾਕੂ ਪੀ ਰਹੇ ਸਨ, ਜਿਹੜੇ ਉਹ ਇੱਕ ਦੂਜੇ ਨਾਲ ਸਾਂਝਾ ਕਰ ਰਹੇ ਸਨ। ਕੁਝ ਘੰਟਿਆਂ ਵਿੱਚ ਹੀ ਉਸਨੇ ਦੇਖਿਆ ਸੀ ਕਿ ਮਰਦ ਹੱਥਾਂ ਵਿੱਚ ਹੱਥ ਪਾ ਕੇ ਤੁਰਦੇ ਸਨ, ਔਰਤਾਂ ਦੇ ਚਿਹਰੇ ਢਕੇ ਹੋਏ ਸਨ ਅਤੇ ਪੁਜਾਰੀ ਥੰਮਲਿਆਂ ਤੇ ਚੜ੍ਹ ਕੇ ਪ੍ਰਾਰਥਨਾ ਕਰਦੇ ਸਨ। ਜਿਉਂ ਹੀ ਉਹ ਆਵਾਜ਼ ਦਿੰਦੇ ਤਾਂ ਸਾਰੇ ਲੋਕ ਆਪਣੇ ਗੋਡਿਆਂ ਪਾਰ ਹੋ ਜਾਂਦੇ ਅਤੇ ਆਪਣੇ ਮੱਥਿਆਂ ਨੂੰ ਜ਼ਮੀਨ ਨਾਲ ਲਾ ਲੈਂਦੇ। ਕਾਫਰਾਂ ਦੀ ਅਰਦਾਸ, ਉਸਨੇ ਆਪਣੇ ਆਪ ਨੂੰ ਕਿਹਾ। ਬਚਪਨ ਤੋਂ ਹੀ ਚਰਚ ਵਿੱਚ ਜਾਂਦੇ ਹੋਏ ਉਸਨੇ ਸਦਾ ਹੀ ਘੋੜੇ ਤੇ ਸਵਾਰ ਸੰਤ ਸੰਤਿਆਗੋ ਮਾਤਾ ਮੋਰਸ ਦੇ ਬੁੱਤ ਵੱਲ ਦੇਖਿਆ ਸੀ, ਜਿਸ ਦੇ ਹੱਥ ਵਿੱਚ ਨੰਗੀ ਤਲਵਾਰ ਹੁੰਦੀ ਸੀ ਅਤੇ ਜਿਸ ਦੇ ਪੈਰਾਂ ਵਿੱਚ ਕੁਝ ਲੋਕ ਝੁਕੇ ਹੋਏ ਸਨ। ਮੁੰਡੇ ਨੇ ਆਪਣੇ ਆਪ ਨੂੰ ਬਹੁਤ ਦੁਖੀ ਅਤੇ ਇਕੱਲਾ ਮਹਿਸੂਸ ਕੀਤਾ। ਕਾਫਰ ਦੇਖਣ ਨੂੰ ਹੀ ਬੜੇ ਭੈੜੇ ਦਿਖਾਈ ਦਿੰਦੇ ਸਨ। ਇਸ ਦੇ ਬਿਨਾਂ ਆਪਣੇ ਸਫ਼ਰ ਦੀ ਕਾਹਲੀ ਦੌਰਾਨ ਉਹ ਸਿਰਫ ਇੱਕ ਗੱਲ ਭੁੱਲ ਗਿਆ ਸੀ, ਜਿਸ ਕਾਰਨ ਉਹ ਲੰਮੇ ਸਮੇਂ ਤੱਕ ਆਪਣੇ ਖਜ਼ਾਨੇ ਤੋਂ ਦੂਰ ਰਹਿ ਸਕਦਾ ਹੈ। ਇਸ ਦੇਸ਼ ਵਿੱਚ ਸਿਰਫ ਅਰਬੀ ਭਾਸ਼ਾ ਹੀ ਬੋਲੀ ਜਾਂਦੀ ਹੈ। ਕਾਵਾਖਾਨੇ ਦਾ ਮਾਲਕ ਉਸ ਦੇ ਕੋਲ ਆਇਆ ਅਤੇ ਮੁੰਡੇ ਨੇ ਉਸੇ ਸ਼ਰਾਬ ਵੱਲ ਇਸ਼ਾਰਾ ਕੀਤਾ, ਜਿਹੜੀ ਨਾਲ ਦੇ ਮੇਜ਼ ਤੇ ਬੈਠੇ ਲੋਕ ਪੀ ਰਹੇ ਸਨ। ਇਹ ਕੌੜੀ ਚਾਹ ਨਿਕਲੀ। ਮੁੰਡੇ ਨੂੰ ਸ਼ਰਾਬ ਪਸੰਦ ਸੀ, ਪਰ ਉਸਨੂੰ ਹਾਲ ਦੀ ਘੜੀ ਇਸ ਦੀ ਚਿੰਤਾ ਕਰਨ ਦੀ ਲੋੜ ਨਹੀਂ ਸੀ। ਉਸਨੂੰ ਇਸ ਵੇਲੇ ਸਭ ਤੋਂ ਵੱਡੀ ਚਿੰਤਾ ਆਪਣੇ ਖਜ਼ਾਨੇ ਦੀ ਅਤੇ ਇਸ ਤੱਕ ਪਹੁੰਚਣ ਦੇ ਵਸੀਲੇ ਦੀ ਕਰਨੀ ਚਾਹੀਦੀ ਸੀ। ਭੇਡਾਂ ਵੇਚਣ ਨਾਲ ਉਸ ਦੀ ਪੋਟਲੀ ਵਿੱਚ ਕਾਫੀ ਪੈਸੇ ਆ ਗਏ ਸਨ ਅਤੇ ਮੁੰਡਾ ਜਾਣਦਾ ਸੀ ਕਿ ਪੈਸਾ ਹੀ ਅਸਲ ਵਿੱਚ ਜਾਦੂ ਹੈ। ਜਿਸ ਕਿਸੇ ਕੋਲ ਵੀ ਪੈਸਾ ਹੈ, ਉਹ ਕਦੇ ਵੀ ਇਕੱਲਾ ਨਹੀਂ ਰਹਿੰਦਾ। ਛੇਤੀ ਹੀ, ਖਬਰੇ ਕੁਝ ਦਿਨਾਂ ਵਿੱਚ ਹੀ, ਉਹ ਪਿਰਾਮਿਡਾਂ ਤੱਕ ਪਹੁੰਚ ਜਾਵੇਗਾ। ਸੋਨੇ ਦੇ ਜ਼ਰਾ ਬਖਤਰ ਵਾਲਾ ਬਜ਼ੁਰਗ ਸਿਰਫ 6 ਭੇਡਾਂ ਹਾਸਲ ਕਰਨ ਲਈ ਹੀ ਝੂਠ ਨਹੀਂ ਸੀ ਬੋਲ ਸਕਦਾ। ਉਸ ਬਜ਼ੁਰਗ ਨੇ ਨਿਸ਼ਾਨੀਆਂ ਅਤੇ ਸ਼ਗਨਾਂ ਦੀ ਗੱਲ ਕੀਤੀ ਸੀ ਅਤੇ ਜਿਉਂ ਹੀ ਮੁੰਡਾ ਸਮੁੰਦਰੀ ਲਾਂਘੇ ਨੂੰ ਪਾਰ ਕਰ ਰਿਹਾ ਸੀ, ਉਸਨੇ ਨਿਸ਼ਾਨੀਆਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ। ਬਜ਼ੁਰਗ ਜਾਣਦਾ ਸੀ ਕਿ ਉਹ ਕੀ ਕਹਿ ਰਿਹਾ ਸੀ। ਜਿਹੜਾ ਸਮਾਂ ਮੁੰਡੇ ਨੇ ਅੰਦਾਲੂਸ਼ੀਆ ਦੇ ਖੇਤਾਂ ਵਿੱਚ ਬਿਤਾਇਆ ਸੀ, ਉਹਨਾਂ ਦਿਨਾਂ ਦੌਰਾਨ ਉਹ ਜ਼ਮੀਨ ਤੇ ਅਸਮਾਨ ਨੂੰ ਦੇਖ ਕੇ ਹੀ ਆਪਣਾ ਰਾਹ ਲੱਭਣਾ ਸਿੱਖ ਗਿਆ ਸੀ। ਉਸਨੂੰ ਇਹ ਪਤਾ ਲੱਗ ਗਿਆ ਸੀ ਕਿ ਕਿਸੇ ਖਾਸ ਕਿਸਮ ਦੇ ਪੰਛੀ ਦੀ ਮੌਜੂਦਗੀ ਦਾ ਮਤਲਬ ਇਹ ਹੈ ਕਿ ਨੇੜੇ ਹੀ ਕਿਤੇ ਸੱਪ ਹੋਣਾ ਚਾਹੀਦਾ ਹੈ, ਅਤੇ ਕਿਸੇ ਖਾਸ ਕਿਸਮ ਦੀ ਝਾੜੀ ਦਾ ਮਤਲਬ ਇਹ ਹੁੰਦਾ ਸੀ ਕਿ ਇਲਾਕੇ ਵਿੱਚ ਕਿਤੇ ਨਾ ਕਿਤੇ ਪਾਣੀ ਵੀ ਹੈ। ਇਹ ਸਾਰਾ ਕੁਝ ਉਸਨੂੰ ਭੇਡਾਂ ਨੇ ਸਿਖਾਇਆ ਸੀ। ਉਸਨੇ ਸੋਚਿਆ ਕਿ ਜੇ ਈਸ਼ਵਰ ਭੇਡਾਂ ਦੀ ਇੰਨੀ ਚੰਗੀ ਤਰ੍ਹਾਂ ਅਗਵਾਈ ਕਰਦਾ ਹੈ ਤਾਂ ਉਹ ਮਨੁੱਖ ਦੀ ਵੀ ਕਰੇਗਾ, ਅਤੇ ਇਸ ਨਾਲ ਉਸਨੇ ਚੰਗਾ ਮਹਿਸੂਸ ਕੀਤਾ। ਚਾਹ ਹੁਣ ਪਹਿਲਾਂ ਜਿੰਨੀ ਕੌੜੀ ਨਹੀਂ ਸੀ ਲੱਗਦੀ। ਤੂੰ ਕੌਣ ਹੈ? ਉਸਨੇ ਸੁਣਿਆ ਕਿ ਸਪੇਨੀ ਭਾਸ਼ਾ ਵਿੱਚ ਉਸਨੂੰ ਕੋਈ ਪੁੱਛ ਰਿਹਾ ਸੀ। ਮੁੰਡੇ ਨੇ ਰਾਹਤ ਮਹਿਸੂਸ ਕੀਤੀ। ਉਹ ਨਿਸ਼ਾਨੀਆਂ ਬਾਰੇ ਸੋਚ ਰਿਹਾ ਸੀ ਅਤੇ ਕੋਈ ਬੰਦਾ ਹਾਜ਼ਰ ਵੀ ਹੋ ਗਿਆ ਸੀ। ਉਹ ਪੁੱਛਣ ਲੱਗਾ, ਤੈਨੂੰ ਸਪੇਨੀ ਕਿਵੇਂ ਆਉਂਦੀ ਹੈ? ਉਸ ਕੋਲ ਆਇਆ ਬੰਦਾ ਕਾਫੀ ਜਵਾਨ ਸੀ ਅਤੇ ਉਸਨੇ ਪੱਛਮੀ ਢੰਗ ਦੇ ਕੱਪੜੇ ਪਾਏ ਹੋਏ ਸਨ, ਪਰ ਉਸ ਦੀ ਚਮੜੀ ਦਾ ਰੰਗ ਦੱਸਦਾ ਸੀ ਕਿ ਉਹ ਇਸੇ ਸ਼ਹਿਰ ਦਾ ਰਹਿਣ ਵਾਲਾ ਸੀ। ਮੁੰਡੇ ਨੇ ਸੋਚਿਆ ਕਿ ਇਸ ਨਵੇਂ ਆਉਣ ਵਾਲੇ ਬੰਦੇ ਦੀ ਉਮਰ ਅਤੇ ਕੱਦ ਉਸ ਜਿੰਨੇ ਹੀ ਸਨ। ਇੱਥੇ ਕਰੀਬ ਹਰ ਜਣਾ ਹੀ ਸਪੇਨੀ ਬੋਲਦਾ ਹੈ। ਸਪੇਨ ਇੱਥੋਂ ਮਸਾਂ 2 ਘੰਟੇ ਦੂਰ ਤਾਂ ਹੈ। ਮੁੰਡੇ ਨੇ ਕਿਹਾ, ਬੈਠ ਜਾ ਅਤੇ ਮੈਂ ਤੈਨੂੰ ਕੁਝ ਦਿਖਾਵਾਂਗਾ। ਨਾਲੇ ਮੇਰੇ ਲਈ ਸ਼ਰਾਬ ਦਾ ਇੱਕ ਗਲਾਸ ਲਿਆ, ਮੈਨੂੰ ਚਾਹ ਪਸੰਦ ਨਹੀਂ। ਨੌਜਵਾਨ ਆਦਮੀ ਕਹਿਣ ਲੱਗਾ, ਇਸ ਦੇਸ਼ ਵਿੱਚ ਸ਼ਰਾਬ ਨਹੀਂ ਮਿਲਦੀ। ਧਰਮ ਇਸ ਦੀ ਆਗਿਆ ਨਹੀਂ ਦਿੰਦਾ। ਮੁੰਡੇ ਨੇ ਉਸਨੂੰ ਦੱਸਿਆ ਕਿ ਉਹ ਪਿਰਾਮਿਡਾਂ ਕੋਲ ਜਾਣਾ ਚਾਹੁੰਦਾ ਹੈ। ਉਹ ਤਾਂ ਆਪਣੇ ਖਜ਼ਾਨੇ ਬਾਰੇ ਵੀ ਦੱਸਣ ਲੱਗਾ ਸੀ, ਪਰ ਐਨ ਮੌਕੇ ਤੇ ਨਾ ਦੱਸਣ ਦਾ ਫੈਸਲਾ ਕਰ ਲਿਆ। ਜੇ ਉਹ ਦੱਸ ਦਿੰਦਾ ਤਾਂ ਸੰਭਵ ਸੀ
ਕਿ ਉੱਥੇ ਲਿਜਾਣ ਬਦਲੇ ਇਹ ਆਦਮ ਮੁੰਡਾ ਵੀ ਉਸ ਦਾ ਕੁਝ ਹਿੱਸਾ ਮੰਗ ਲੈਂਦਾ। ਉਸ ਨੂੰ ਚੇਤੇ ਆਇਆ ਕਿ ਬਜ਼ੁਰਗ ਨੇ ਉਸ ਨੂੰ ਕਿਹਾ ਸੀ ਕਿ ਜੋ ਚੀਜ਼ ਤੁਹਾਡੇ ਕੋਲ ਅਜੇ ਹੈ ਹੀ ਨਹੀਂ, ਉਸ ਦਾ ਕਿਸੇ ਦੂਜੇ ਨੂੰ ਹਿੱਸਾ ਦੇਣ ਦਾ ਵਾਅਦਾ ਕਰਨ ਦੀ ਕੋਈ ਤੁਕ ਨਹੀਂ। ਮੈਂ ਚਾਹੁੰਦਾ ਹਾਂ ਕਿ ਜੇ ਤੂੰ ਅਜਿਹਾ ਕਰ ਸਕਦਾ ਹੈ ਤਾਂ ਮੈਨੂੰ ਉੱਥੇ ਲੈ ਕੇ ਚੱਲ। ਇਸ ਬਦਲੇ ਮੈਂ ਤੈਨੂੰ ਪੈਸੇ ਦੇਵਾਂਗਾ। ਉਸ ਆਦਮੀ ਨੇ ਪੁੱਛਿਆ, ਤੂੰ ਜਾਣਦਾ ਹੈ ਕਿ ਉੱਥੇ ਕਿਵੇਂ ਪਹੁੰਚੀਦਾ? ਮੁੰਡੇ ਨੇ ਦੇਖਿਆ ਕਿ ਦੁਕਾਨ ਦਾ ਮਾਲਕ ਉਹਦੇ ਨੇੜੇ ਹੀ ਖੜਾ ਸੀ ਅਤੇ ਉਹਨਾਂ ਦੀ ਆਪਸੀ ਗੱਲਬਾਤ ਧਿਆਨ ਨਾਲ ਸੁਣ ਰਿਹਾ ਸੀ। ਉਸ ਦੀ ਮੌਜੂਦਗੀ ਵਿੱਚ ਮੁੰਡਾ ਬੇਆਰਾਮੀ ਮਹਿਸੂਸ ਕਰਨ ਲੱਗਾ, ਪਰ ਉਸ ਨੂੰ ਇੱਕ ਗਾਈਡ ਮਿਲ ਗਿਆ ਸੀ ਅਤੇ ਉਹ ਨਹੀਂ ਸੀ ਚਾਹੁੰਦਾ ਕਿ ਇਸ ਮੌਕੇ ਨੂੰ ਹੱਥੋਂ ਜਾਣ ਦੇਵੇ। ਉਸ ਨੌਜਵਾਨ ਨੇ ਕਿਹਾ, ਤੈਨੂੰ ਸਹਾਰਾ ਦਾ ਸਾਰਾ ਹਿੱਸਾ ਪਾਰ ਕਰਨਾ ਪੈਣਾ ਹੈ। ਅਜਿਹਾ ਕਰਨ ਲਈ ਤੈਨੂੰ ਪੈਸੇ ਦੀ ਲੋੜ ਹੈ। ਮੈਂ ਜਾਣਨਾ ਚਾਹੁੰਦਾ ਕਿ ਤੇਰੇ ਕੋਲ ਤੇਰੇ ਪੈਸੇ ਹਨ ਵੀ ਕਿ ਨਹੀਂ। ਮੁੰਡੇ ਨੇ ਸੋਚਿਆ ਕਿ ਇਹ ਬੜਾ ਅਜੀਬ ਸਵਾਲ ਹੈ, ਪਰ ਉਸ ਦਾ ਬਜ਼ੁਰਗ ਵਿੱਚ ਭਰੋਸਾ ਸੀ, ਜਿਸ ਨੇ ਕਿਹਾ ਸੀ ਕਿ ਜਦੋਂ ਤੁਸੀਂ ਸੱਚਮੁੱਚ ਕੁਝ ਹਾਸਲ ਕਰਨਾ ਚਾਹੁੰਦੇ ਹੋ ਤਾਂ ਸਾਰੀ ਕਾਇਨਾਤ ਤੁਹਾਡੇ ਹੱਕ ਵਿੱਚ ਸਾਜ਼ਿਸ਼ ਰਚਣ ਲੱਗਦੀ ਹੈ। ਉਸ ਨੇ ਆਪਣੀ ਪੋਟਲੀ ਵਿੱਚੋਂ ਪੈਸੇ ਕੱਢੇ ਅਤੇ ਉਸ ਨੌਜਵਾਨ ਨੂੰ ਦਿਖਾਏ। ਦੁਕਾਨ ਦਾ ਮਾਲਕ ਵੀ ਨੇੜੇ ਆ ਗਿਆ ਅਤੇ ਉਸਨੇ ਵੀ ਪੈਸੇ ਦੇਖੇ। ਦੋਵਾਂ ਜਣਿਆਂ ਨੇ ਅਰਬੀ ਭਾਸ਼ਾ ਵਿੱਚ ਕੁਝ ਗੱਲਾਂ ਕੀਤੀਆਂ, ਜਿਨ੍ਹਾਂ ਤੋਂ ਬਾਅਦ ਦੁਕਾਨ ਦਾ ਮਾਲਕ ਔਖਾ ਦਿਖਾਈ ਦਿੱਤਾ। ਨੌਜਵਾਨ ਕਹਿਣ ਲੱਗਾ, ਚੱਲ ਇੱਥੋਂ ਚੱਲ ਚੱਲੀਏ। ਦੁਕਾਨ ਦਾ ਮਾਲਕ ਚਾਹੁੰਦਾ ਹੈ ਕਿ ਅਸੀਂ ਇੱਥੋਂ ਚਲੇ ਜਾਈਏ। ਮੁੰਡੇ ਨੇ ਰਾਹਤ ਮਹਿਸੂਸ ਕੀਤੀ। ਉਹ ਪੈਸੇ ਦੇਣ ਲਈ ਉੱਠਿਆ ਤਾਂ ਦੁਕਾਨ ਦੇ ਮਾਲਕ ਨੇ ਉਸ ਨੂੰ ਬਾਹੋਂ ਫੜ ਕੇ ਗੁੱਸੇ ਭਰੇ ਕੁਝ ਸ਼ਬਦ ਕਹਿਣੇ ਸ਼ੁਰੂ ਕਰ ਦਿੱਤੇ। ਮੁੰਡਾ ਤਾਕਤਵਰ ਸੀ ਅਤੇ ਉਹ ਵੀ ਮੋੜਵਾਂ ਜਵਾਬ ਦੇਣਾ ਚਾਹੁੰਦਾ ਸੀ, ਪਰ ਉਹ ਪ੍ਰਦੇਸ਼ ਵਿੱਚ ਸੀ। ਉਹਦੇ ਨਵੇਂ ਦੋਸਤ ਨੇ ਦੁਕਾਨ ਦੇ ਮਾਲਕ ਨੂੰ ਪਿੱਛੇ ਤੱਕਿਆ ਅਤੇ ਮੁੰਡੇ ਨੂੰ ਖਿੱਚ ਕੇ ਬਾਹਰ ਲੈ ਗਿਆ। ਉਹ ਕਹਿਣ ਲੱਗਾ, ਉਹ ਤੇਰੇ ਪੈਸੇ ਖੋਣਾ ਚਾਹੁੰਦਾ ਸੀ। ਟੈਂਗੀਅਰ ਬਾਕੀ ਦੇ ਅਫਰੀਕਾ ਵਰਗਾ ਨਹੀਂ। ਇਹ ਬੰਦਰਗਾਹ ਹੈ ਅਤੇ ਹਰ ਬੰਦਰਗਾਹ ਵਿੱਚ ਚੋਰ ਹੁੰਦੇ ਹਨ। ਮੁੰਡੇ ਨੇ ਆਪਣੇ ਇਸ ਨਵੇਂ ਮਿੱਤਰ ਤੇ ਵਿਸ਼ਵਾਸ ਕੀਤਾ। ਉਹਨੇ ਉਸ ਨੂੰ ਇੱਕ ਖਤਰਨਾਕ ਸਥਿਤੀ ਵਿੱਚੋਂ ਬਾਹਰ ਕੱਢਿਆ ਸੀ। ਉਹਨੇ ਆਪਣੇ ਪੈਸੇ ਕੱਢੇ ਤੇ ਗਿਣਨ ਲੱਗਾ। ਦੂਜਾ ਬੰਦਾ ਉਹਦੇ ਪੈਸੇ ਫੜਦਾ ਹੋਇਆ ਕਹਿਣ ਲੱਗਾ, ਅਸੀਂ ਕੱਲ੍ਹ ਨੂੰ ਹੀ ਪਿਰਾਮਿਡ ਪਹੁੰਚ ਸਕਦੇ ਹਾਂ, ਪਰ ਮੈਨੂੰ 2 ਊਠ ਖਰੀਦਣੇ ਪੈਣਗੇ। ਉਹ ਟੈਂਗੀਅਰ ਦੀਆਂ ਪੀੜੀਆਂ ਗਲੀਆਂ ਵਿੱਚ ਦੀ ਇਕੱਠੇ ਤੁਰਦੇ ਰਹੇ। ਹਰ ਥਾਂ ਤੇ ਰੇੜੀਆਂ ਵਿੱਚ ਸਾਮਾਨ ਵਿਕ ਰਿਹਾ ਸੀ। ਉਹ ਇੱਕ ਵੱਡੇ ਮੈਦਾਨ ਵਿੱਚ ਪਹੁੰਚੇ, ਜਿੱਥੇ ਦੁਕਾਨਾਂ ਸਜੀਆਂ ਹੋਈਆਂ ਸਨ। ਹਜ਼ਾਰਾਂ ਹੀ ਲੋਕ ਉੱਥੇ ਇੱਕ ਦੂਜੇ ਨਾਲ ਦਲੀਲਬਾਜ਼ੀ ਕਰਦੇ, ਖਰੀਦਦੇ ਅਤੇ ਵੇਚਦੇ ਖੜੇ ਸਨ। ਸਬਜ਼ੀਆਂ ਦੇ ਨਾਲ-ਨਾਲ ਛੁਰੇ ਵੀ ਵਿਕ ਰਹੇ ਸਨ ਅਤੇ ਗਲੀਚਿਆਂ ਦੇ ਨਾਲ-ਨਾਲ ਤੰਬਾਕੂ ਵੀ। ਪਰ ਮੁੰਡੇ ਨੇ ਆਪਣੇ ਨਵੇਂ ਮਿੱਤਰ ਉੱਤੇ ਹੀ ਨਜ਼ਰਾਂ ਗੱਡੀ ਰੱਖੀਆਂ ਸਨ। ਆਖਰਕਾਰ ਉਸਦੇ ਸਾਰੇ ਪੈਸੇ ਉਸੇ ਕੋਲ ਹੀ ਤਾਂ ਸਨ। ਉਸਨੇ ਸੋਚਿਆ ਕਿ ਉਹ ਉਸ ਕੋਲੋਂ ਪੈਸੇ ਵਾਪਸ ਮੰਗ ਲਵੇ, ਪਰ ਫਿਰ ਆਪੇ ਹੀ ਸੋਚਿਆ ਕਿ ਅਜਿਹਾ ਕਰਨਾ ਗੈਰ ਦੋਸਤਾਨਾ ਹੋਵੇਗਾ। ਉਹ ਜਿਸ ਨਵੀਂ ਧਰਤੀ ਤੇ ਆਇਆ ਸੀ, ਉੱਥੋਂ ਦੇ ਰਸਮਾਂ ਰਿਵਾਜਾਂ ਬਾਰੇ ਕੁਝ ਨਹੀਂ ਸੀ ਜਾਣਦਾ। ਉਸਨੇ ਆਪਣੇ ਆਪ ਨੂੰ ਹੀ ਕਿਹਾ, ਮੈਂ ਬਸ ਉਸ ਤੇ ਨਜ਼ਰ ਰੱਖਾਂਗਾ। ਉਹ ਜਾਣਦਾ ਸੀ ਕਿ ਉਹ ਆਪਣੇ ਇਸ ਨਵੇਂ ਮਿੱਤਰ ਤੋਂ ਤਕੜਾ ਹੈ। ਇਸ ਸਾਰੇ ਰੌਲੇ-ਗੌਲੇ ਦੌਰਾਨ ਅਚਨਚੇਤ ਹੀ ਉਸਨੇ ਇੱਕ ਐਸੀ ਬੇਦ ਖੂਬਸੂਰਤ ਤਲਵਾਰ ਦੇਖੀ, ਜਿਸ ਤਰ੍ਹਾਂ ਦੀ ਪਹਿਲਾਂ ਕਦੇ ਨਹੀਂ ਸੀ ਦੇਖੀ। ਇਸ ਦੀ ਮਿਆਨ ਤੇ ਚਾਂਦੀ ਦਾ ਕੰਮ ਕੀਤਾ ਹੋਇਆ ਸੀ ਅਤੇ ਦਸਤਾ ਕਾਲੇ ਰੰਗ ਦਾ ਸੀ, ਜਿਸ ਤੇ ਕੀਮਤੀ ਪੱਥਰ ਜੜੇ ਹੋਏ ਸਨ। ਮੁੰਡੇ ਨੇ ਆਪਣੇ ਆਪ ਨਾਲ ਹੀ ਵਿਚਾਰ ਕੀਤੀ ਕਿ ਜਦੋਂ ਉਹ ਮਿਸਰ ਤੋਂ ਵਾਪਸ ਪਰਤਿਆ ਤਾਂ ਇਹ ਤਲਵਾਰ ਖਰੀਦੇਗਾ। ਉਸਨੇ ਆਪਣੇ ਮਿੱਤਰ ਨੂੰ ਕਿਹਾ, ਇਸ ਰੇੜੀ ਦੇ ਮਾਲਕ ਨੂੰ ਪੁੱਛ ਕਿ ਤਲਵਾਰ ਕਿੰਨੇ ਦੀ ਹੈ। ਉਸੇ ਸਮੇਂ ਹੀ ਉਸ ਨੂੰ ਮਹਿਸੂਸ ਹੋਇਆ ਕਿ ਤਲਵਾਰ ਵੱਲ ਦੇਖਦੇ ਹੋਏ ਕੁਝ ਪਲਾਂ ਲਈ ਉਸ ਦਾ ਧਿਆਨ ਲਾਂਬੇ ਚਲਾ ਗਿਆ ਸੀ। ਉਸ ਦਾ ਦਿਲ ਫੜਿਆ ਗਿਆ, ਜਿਵੇਂ ਉਸ ਦੀ ਛਾਤੀ ਇੱਕਦਮ ਹੀ ਦਬ ਗਈ ਹੋਵੇ। ਉਹ ਦੂਜੇ ਪਾਸੇ ਦੇਖਣ ਤੋਂ ਡਰਦਾ ਸੀ, ਕਿਉਂਕਿ ਉਹ ਜਾਣਦਾ ਸੀ ਕਿ ਉਸ ਪਾਸੇ ਕੀ ਹੋਵੇਗਾ।
ਇਸ ਲਈ ਉਹ ਕੁਝ ਹੋਰ ਸਮੇਂ ਤੱਕ ਵੀ ਇਹ ਖੂਬਸੂਰਤ ਤਲਵਾਰ ਦੇਖਦਾ ਰਿਹਾ ਅਤੇ ਫਿਰ ਹੌਸਲਾ ਕਰਕੇ ਆਪਣਾ ਮੂੰਹ ਪਿਛਲੇ ਪਾਸੇ ਨੂੰ ਮੋੜ ਲਿਆ। ਉਹਦੇ ਚਾਰੇ ਪਾਸੇ ਬਾਜ਼ਾਰ ਸੀ, ਲੋਕ ਆ ਜਾ ਰਹੇ ਸਨ, ਰੌਲਾ ਪਾ ਰਹੇ ਤੇ ਖਰੀਦਦਾਰੀ ਕਰ ਰਹੇ ਸਨ ਅਤੇ ਅਜੀਬ ਕਿਸਮ ਦੇ ਖਾਣਿਆਂ ਦੀ ਸੁਗੰਧ ਸੀ, ਪਰ ਉਸਦਾ ਨਵਾਂ ਸਾਥੀ ਕਿਤੇ ਵੀ ਦਿਖਾਈ ਨਹੀਂ ਸੀ ਦੇ ਰਿਹਾ। ਮੁੰਡਾ ਇਹ ਵਿਸ਼ਵਾਸ ਕਰਨਾ ਚਾਹੁੰਦਾ ਸੀ ਕਿ ਉਸਦਾ ਨਵਾਂ ਦੋਸਤ ਅਚਨਚੇਤ ਹੀ ਉਸ ਤੋਂ ਅਲੱਗ ਹੋ ਗਿਆ ਹੈ। ਉਸਨੇ ਫੈਸਲਾ ਕੀਤਾ ਕਿ ਉਹ ਉੱਥੇ ਹੀ ਖੜ ਕੇ ਆਪਣੇ ਦੋਸਤ ਦੇ ਪਰਤਣ ਦੀ ਉਡੀਕ ਕਰੇਗਾ। ਜਦੋਂ ਉਹ ਉਡੀਕ ਰਿਹਾ ਸੀ ਤਾਂ ਇੱਕ ਮੁਲਾਣਾ ਲਾਗਲੀ ਇਮਾਰਤ ਦੇ ਸਿਖਰ ਤੇ ਚੜ੍ਹਿਆ ਅਤੇ ਅਜ਼ਾਨ ਦੇਣੀ ਸ਼ੁਰੂ ਕਰ ਦਿੱਤੀ। ਬਾਜ਼ਾਰ ਵਿੱਚ ਖੜੇ ਸਾਰੇ ਲੋਕ ਗੋਡਿਆਂ ਪਰ ਝੁਕ ਗਏ, ਆਪਣੇ ਮੱਥਿਆਂ ਨੂੰ ਜ਼ਮੀਨ ਨਾਲ ਲਾਉਣ ਲੱਗੇ ਅਤੇ ਫਿਰ ਖੁਦ ਵੀ ਪ੍ਰਾਰਥਨਾ ਕਰਨ ਲੱਗੇ। ਇਸ ਤੋਂ ਬਾਅਦ ਕੀੜੀਆਂ ਵਾਂਗ ਉਹਨਾਂ ਨੇ ਇੱਕਦਮ ਹੀ ਆਪੋ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਅਤੇ ਚਲੇ ਗਏ। ਇਸ ਦੇ ਨਾਲ ਹੀ ਸੂਰਜ ਨੇ ਵੀ ਆਪਣੀ ਰਵਾਨਗੀ ਪਾਉਣੀ ਸ਼ੁਰੂ ਕਰ ਦਿੱਤੀ। ਮੁੰਡਾ ਇਸ ਨੂੰ ਕੁਝ ਸਮੇਂ ਤੱਕ ਲਈ ਡੁੱਬਦਿਆਂ ਦੇਖਦਾ ਰਿਹਾ। ਉਦੋਂ ਤੱਕ ਦੇਖਦਾ ਰਿਹਾ ਜਦੋਂ ਤੱਕ ਇਹ ਬਾਜ਼ਾਰ ਦੇ ਆਲੇ-ਦੁਆਲੇ ਦੇ ਸਫੈਦ ਮਕਾਨਾਂ ਦੇ ਪਿੱਛੇ ਜਾ ਕੇ ਲੁਕ ਨਹੀਂ ਗਿਆ। ਉਸ ਨੂੰ ਚੇਤੇ ਆਇਆ ਕਿ ਉਸ ਸਵੇਰ ਜਦੋਂ ਸੂਰਜ ਚੜ੍ਹਿਆ ਸੀ ਤਾਂ ਉਹ ਇੱਕ ਹੋਰ ਉਪ-ਮਹਾਦੀਪ ਵਿੱਚ ਸੀ, ਅਜੇ ਵੀ ਆਜੜੀ ਸੀ, ਜਿਸ ਕੋਲ 7 ਭੇਡਾਂ ਸਨ ਅਤੇ ਇੱਕ ਕੁੜੀ ਨੂੰ ਮਿਲਣ ਦੀ ਕਾਮਨਾ ਕਰ ਰਿਹਾ ਸੀ। ਉਸ ਸਵੇਰ ਜਦੋਂ ਉਹ ਆਪਣੇ ਜਾਣੇ-ਪਛਾਣੇ ਖੇਤਾਂ ਵਿੱਚ ਦੀ ਤੁਰ ਰਿਹਾ ਸੀ ਤਾਂ ਉਹ ਜਾਣਦਾ ਸੀ ਕਿ ਕੀ ਹੋਣ ਵਾਲਾ ਹੈ। ਪਰ ਹੁਣ ਜਦੋਂ ਕਿ ਸੂਰਜ ਛਿਪ ਰਿਹਾ ਸੀ, ਉਹ ਇੱਕ ਵੱਖਰੇ ਦੇਸ਼ ਵਿੱਚ ਸੀ, ਇੱਕ ਅਜੀਬ ਧਰਤੀ ਤੇ ਅਜਨਬੀ ਸੀ, ਜਿੱਥੇ ਉਹ ਉਹਨਾਂ ਦੀ ਭਾਸ਼ਾ ਤੱਕ ਵੀ ਨਹੀਂ ਸੀ ਬੋਲ ਸਕਦਾ। ਉਹ ਹੁਣ ਆਜੜੀ ਨਹੀਂ ਸੀ ਰਿਹਾ ਅਤੇ ਉਸ ਕੋਲ ਕੁਝ ਵੀ ਨਹੀਂ ਸੀ, ਇੱਥੋਂ ਤੱਕ ਕਿ ਵਾਪਸ ਪਰਤ ਕੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨ ਜੋਗੇ ਪੈਸੇ ਵੀ ਨਹੀਂ। ਮੁੰਡੇ ਨੇ ਸੋਚਿਆ ਕਿ ਇਹ ਸਾਰਾ ਕੁਝ ਸੂਰਜ ਚੜ੍ਹਨ ਤੋਂ ਲੈ ਕੇ ਡੁੱਬਣ ਤੱਕ ਵਾਪਰ ਗਿਆ ਹੈ। ਉਸ ਨੂੰ ਆਪਣੇ ਆਪ ਤੇ ਹੀ ਤਰਸ ਆ ਰਿਹਾ ਸੀ ਅਤੇ ਉਹ ਇਸ ਗੱਲ ਤੇ ਦੁਖੀ ਹੋ ਰਿਹਾ ਸੀ ਕਿ ਉਸ ਦੀ ਜ਼ਿੰਦਗੀ ਵਿੱਚ ਇੰਨੀ ਅਚਨਚੇਤ ਅਤੇ ਇੰਨੀ ਵੱਡੀ ਤਬਦੀਲੀ ਆ ਗਈ ਸੀ। ਉਹ ਇੰਨਾ ਸ਼ਰਮਿੰਦਾ ਸੀ ਕਿ ਰੋਣਾ ਚਾਹੁੰਦਾ ਸੀ। ਉਹ ਤਾਂ ਆਪਣੀਆਂ ਭੇਡਾਂ ਦੇ ਸਾਹਮਣੇ ਤੱਕ ਵੀ ਕਦੇ ਨਹੀਂ ਸੀ ਰੋਇਆ, ਪਰ ਬਾਜ਼ਾਰ ਖਾਲੀ ਸੀ ਅਤੇ ਉਹ ਆਪਣੇ ਘਰ ਤੋਂ ਬਹੁਤ ਦੂਰ ਸੀ, ਇਸ ਲਈ ਉਹ ਰੋਣ ਲੱਗਾ। ਉਹ ਇਸ ਲਈ ਰੋਇਆ ਕਿਉਂਕਿ ਈਸ਼ਵਰ ਨੇ ਉਸ ਨਾਲ ਅਨਿਆਂ ਕੀਤਾ ਸੀ ਅਤੇ ਇਸ ਲਈ ਕਿਉਂਕਿ ਈਸ਼ਵਰ ਉਹਨਾਂ ਲੋਕਾਂ ਨਾਲ ਇਸ ਤਰ੍ਹਾਂ ਕਰਦਾ ਹੈ ਜਿਹੜੇ ਆਪਣੇ ਸੁਪਨਿਆਂ ਵਿੱਚ ਯਕੀਨ ਰੱਖਦੇ ਹਨ। ਜਦੋਂ ਮੇਰੇ ਕੋਲ ਆਪਣੀਆਂ ਭੇਡਾਂ ਸਨ, ਉਦੋਂ ਮੈਂ ਬੜਾ ਖੁਸ਼ ਸਾਂ ਅਤੇ ਮੇਰੇ ਆਲੇ-ਦੁਆਲੇ ਦੇ ਲੋਕ ਵੀ ਮੇਰੇ ਨਾਲ ਖੁਸ਼ ਰਹਿੰਦੇ ਸਨ। ਉਸ ਸੋਚਿਆ ਕਿ ਲੋਕ ਉਸ ਨੂੰ ਆਉਂਦਿਆਂ ਦੇਖਦੇ ਸਨ ਤੇ ਉਸ ਦਾ ਸਵਾਗਤ ਕਰਦੇ ਸਨ, ਪਰ ਹੁਣ ਮੈਂ ਉਦਾਸ ਤੇ ਇਕੱਲਾ ਹਾਂ। ਮੈਂ ਸਿਰਫ ਇਸ ਲਈ ਹੀ ਲੋਕਾਂ ਤੇ ਭਰੋਸਾ ਕਰਨਾ ਬੰਦ ਕਰ ਦੇਵਾਂਗਾ ਕਿਉਂਕਿ ਕਿਸੇ ਇੱਕ ਬੰਦੇ ਨੇ ਮੇਰੇ ਨਾਲ ਧੋਖਾ ਕੀਤਾ ਹੈ। ਮੈਂ ਉਹਨਾਂ ਲੋਕਾਂ ਨਾਲ ਨਫ਼ਰਤ ਕਰਾਂਗਾ ਜਿਨ੍ਹਾਂ ਨੂੰ ਆਪੋ ਆਪਣੇ ਖਜ਼ਾਨੇ ਲੱਭ ਪਏ ਹਨ, ਕਿਉਂਕਿ ਮੈਨੂੰ ਮੇਰਾ ਖਜ਼ਾਨਾ ਨਹੀਂ ਲੱਭਾ ਅਤੇ ਮੈਂ ਜੋ ਕੁਝ ਵੀ ਮੇਰੇ ਕੋਲ ਹੈ ਉਸ ਨੂੰ ਸੰਭਾਲ ਕੇ ਰੱਖਾਂਗਾ ਕਿਉਂਕਿ ਸੰਸਾਰ ਨੂੰ ਜਿੱਤਣ ਲਈ ਮੈਂ ਬਹੁਤ ਮਾਮੂਲੀ ਹਾਂ। ਉਹਨੇ ਆਪਣੀ ਪੋਟਲੀ ਖੋਲ੍ਹ ਕੇ ਦੇਖਣ ਦੀ ਕੋਸ਼ਿਸ਼ ਕੀਤੀ ਕਿ ਉਸ ਕੋਲ ਕੀ ਬਚਿਆ ਹੈ। ਹੋ ਸਕਦਾ ਹੈ ਕਿ ਉਸ ਰੋਟੀ ਦਾ ਕੋਈ ਟੁਕੜਾ ਹਾਲੇ ਅਜੇ ਵੀ ਬਚਿਆ ਪਿਆ ਹੋਵੇ ਜਿਹੜੀ ਉਸਨੇ ਜਹਾਜ਼ ਤੇ ਖਾਧੀ ਸੀ, ਪਰ ਇਸ ਪੋਟਲੀ ਵਿੱਚ ਤਾਂ ਉਸ ਦੀ ਭਾਰੀ ਕਿਤਾਬ, ਜੈਕੇਟ ਅਤੇ ਉਹ 2 ਪੱਥਰ ਪਏ ਸਨ ਜਿਹੜੇ ਬਜ਼ੁਰਗ ਨੇ ਉਸ ਨੂੰ ਦਿੱਤੇ ਸਨ। ਜਿਉਂ ਹੀ ਉਸਨੇ ਪੱਥਰਾਂ ਵੱਲ ਦੇਖਿਆ ਤਾਂ ਉਹਨੇ ਰਾਹਤ ਮਹਿਸੂਸ ਕੀਤੀ। ਉਸਨੇ ਆਪਣੀਆਂ 6 ਭੇਡਾਂ ਦੇ ਕੇ 2 ਕੀਮਤੀ ਪੱਥਰ ਲਏ ਸਨ ਜਿਹੜੇ ਕਿ ਸੋਨੇ ਦੇ ਜ਼ਰਾ ਬਖਤਰ ਤੋਂ ਲਾਹੇ ਗਏ ਸਨ। ਉਹ ਇਹਨਾਂ ਪੱਥਰਾਂ ਨੂੰ ਵੇਚ ਕੇ ਵਾਪਸੀ ਦੀ ਟਿਕਟ ਖਰੀਦ ਲਵੇਗਾ। ਇਹਨਾਂ ਪੱਥਰਾਂ ਨੂੰ ਪੋਟਲੀ ਵਿੱਚੋਂ ਕੱਢਦੇ ਹੋਏ ਤੇ ਆਪਣੀ ਜੇਬ ਵਿੱਚ ਪਾਉਣ ਬਾਰੇ ਸੋਚਦੇ ਹੋਏ ਮੁੰਡੇ ਨੇ ਆਪਣੇ ਆਪ ਨਾਲ ਵਿਚਾਰ ਕੀਤੀ ਕਿ ਇਸ ਵਾਰੀ ਮੈਂ ਚੁਸਤ ਸਾਬਤ ਹੋਵਾਂਗਾ। ਇਹ ਬੰਦਰਗਾਹ ਵਾਲਾ ਸ਼ਹਿਰ ਹੈ ਅਤੇ ਉਸਦੇ ਨਵੇਂ ਮਿੱਤਰ ਨੇ ਇੱਕੋ ਇੱਕ ਸੱਚੀ ਗੱਲ ਇਹ ਦੱਸੀ ਸੀ ਕਿ ਬੰਦਰਗਾਹ ਵਾਲੇ ਸ਼ਹਿਰਾਂ ਤੇ ਚੋਰਾਂ ਦੀ ਭਰਮਾਰ ਹੁੰਦੀ ਹੈ। ਉਹਨੂੰ ਹੁਣ ਸਮਝ ਆਈ
ਕਿ ਦੁਕਾਨ ਦਾ ਮਾਲਕ ਇੰਨਾ ਪਰੇਸ਼ਾਨ ਕਿਉਂ ਸੀ। ਉਹ ਮੁੰਡੇ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਸ ਆਦਮੀ ਤੇ ਯਕੀਨ ਨਾ ਕਰੇ। ਮੈਂ ਹੋਰ ਲੋਕਾਂ ਵਰਗਾ ਹੀ ਹਾਂ। ਮੈਂ ਸੰਸਾਰ ਨੂੰ ਉਸੇ ਤਰ੍ਹਾਂ ਦੇਖਦਾ ਹਾਂ ਜਿਵੇਂ ਮੈਂ ਚਾਹੁੰਦਾ ਹਾਂ ਕਿ ਇਹ ਹੋਵੇ, ਨਾ ਕਿ ਅਸਲ ਵਿੱਚ ਇਹ ਜਿਸ ਤਰ੍ਹਾਂ ਹੈ। ਉਹਨੇ ਪੱਥਰਾਂ ਤੇ ਆਪਣੀਆਂ ਉਂਗਲਾਂ ਹੌਲੀ-ਹੌਲੀ ਫੇਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਹਨਾਂ ਵਿੱਚੋਂ ਨਿਕਲਦੀ ਊਰਜਾ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ। ਇਹ ਉਸਦਾ ਖਜ਼ਾਨਾ ਸਨ। ਇਹਨਾਂ ਪੱਥਰਾਂ ਨੂੰ ਹੱਥ ਵਿੱਚ ਲੈਂਦਿਆਂ ਹੀ ਉਸਨੇ ਚੰਗਾ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਨੂੰ ਦੇਖ ਕੇ ਉਸਨੂੰ ਉਹ ਬਜ਼ੁਰਗ ਚੇਤੇ ਆ ਗਿਆ। ਉਸਨੇ ਕਿਹਾ ਸੀ, ਜਦੋਂ ਤੁਸੀਂ ਕੁਝ ਹਾਸਲ ਕਰਨਾ ਚਾਹੁੰਦੇ ਹੋ ਤਾਂ ਸਾਰੀ ਕਾਇਨਾਤ ਹੀ ਉਸ ਨੂੰ ਹਾਸਲ ਕਰਨ ਵਿੱਚ ਮਦਦ ਕਰਨ ਲਈ ਸਾਜ਼ਿਸ਼ ਰਚਦੀ ਹੈ। ਮੁੰਡਾ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਬਜ਼ੁਰਗ ਵੱਲੋਂ ਕਈ ਗੱਲ ਦਾ ਸੱਚ ਕੀ ਹੈ। ਉਹ ਇੱਥੇ ਖਾਲੀ ਬਾਜ਼ਾਰ ਵਿੱਚ ਬੈਠਾ ਸੀ। ਉਸ ਦੀ ਜੇਬ ਵਿੱਚ ਤੇਲਾ ਤੱਕ ਨਹੀਂ ਸੀ ਅਤੇ ਨਾ ਹੀ ਇੱਕ ਵੀ ਪੇੜ ਸੀ ਜਿਸ ਦੀ ਉਸਨੇ ਰਾਤ ਨੂੰ ਰਾਖੀ ਕਰਨੀ ਸੀ। ਪਰ ਇਹ ਦੋਵੇਂ ਪੱਥਰ ਇਸ ਗੱਲ ਦਾ ਸਬੂਤ ਸਨ ਕਿ ਉਹ ਕਿਸੇ ਬਾਦਸ਼ਾਹ ਨੂੰ ਮਿਲਿਆ ਸੀ, ਇੱਕ ਐਸੇ ਬਾਦਸ਼ਾਹ ਨੂੰ ਜਿਹੜਾ ਮੁੰਡੇ ਦੇ ਭੂਤਕਾਲ ਨੂੰ ਜਾਣਦਾ ਸੀ। ਇਹਨਾਂ ਨੂੰ ਊਰਿਮ ਅਤੇ ਥੁਮਿਮ ਕਹਿੰਦੇ ਹਨ ਅਤੇ ਇਹ ਤੈਨੂੰ ਨਿਸ਼ਾਨੀਆਂ ਪੜ੍ਹਨ ਵਿੱਚ ਮਦਦ ਕਰ ਸਕਦੇ ਹਨ। ਮੁੰਡੇ ਨੇ ਦੋਵੇਂ ਪੱਥਰ ਆਪਣੀ ਪੋਟਲੀ ਵਿੱਚ ਵਾਪਸ ਪਾ ਲਏ ਅਤੇ ਇੱਕ ਤਜਰਬਾ ਕਰਨ ਦਾ ਫੈਸਲਾ ਕੀਤਾ। ਬਜ਼ੁਰਗ ਨੇ ਕਿਹਾ ਸੀ ਕਿ ਇਹਨਾਂ ਤੋਂ ਬਹੁਤ ਸਪਸ਼ਟ ਸਵਾਲ ਪੁੱਛੇ ਜਾਣ ਅਤੇ ਇਸ ਤਰ੍ਹਾਂ ਕਰਨ ਲਈ ਮੁੰਡੇ ਨੂੰ ਆਪਣੇ ਆਪ ਵਿੱਚ ਹੀ ਇਹ ਸਮਝਣਾ ਜ਼ਰੂਰੀ ਸੀ ਕਿ ਉਹ ਕੀ ਚਾਹੁੰਦਾ ਸੀ। ਇਸ ਲਈ ਉਸਨੇ ਪੁੱਛਿਆ ਕਿ ਕੀ ਬਜ਼ੁਰਗ ਦਾ ਆਸ਼ੀਰਵਾਦ ਅਜੇ ਵੀ ਉਸ ਨਾਲ ਹੈ ਜਾਂ ਨਹੀਂ। ਉਸਨੇ ਇੱਕ ਪੱਥਰ ਬਾਹਰ ਕੱਢਿਆ। ਇਹ ਹਾਂ ਵਾਲਾ ਪੱਥਰ ਸੀ। ਉਸ ਪੁੱਛਿਆ, ਕੀ ਮੈਨੂੰ ਮੇਰਾ ਖਜ਼ਾਨਾ ਮਿਲੇਗਾ ਜਾਂ ਨਹੀਂ। ਉਸਨੇ ਆਪਣਾ ਹੱਥ ਪੋਟਲੀ ਵਿੱਚ ਪਾਇਆ ਅਤੇ ਇੱਕ ਪੱਥਰ ਨੂੰ ਢੋਣ ਲੱਗਾ। ਜਦੋਂ ਉਹ ਅਜਿਹਾ ਕਰ ਰਿਹਾ ਸੀ ਤਾਂ ਦੋਵੇਂ ਪੱਥਰ ਪੋਟਲੀ ਵਿਚਲੀ ਇੱਕ ਮੋਰੀ ਵਿੱਚੋਂ ਬਾਹਰ ਨਿਕਲ ਕੇ ਧਰਤੀ ਤੇ ਜਾ ਡਿੱਗੇ। ਮੁੰਡੇ ਨੇ ਕਦੇ ਵੀ ਇਸ ਗੱਲ ਵੱਲ ਧਿਆਨ ਨਹੀਂ ਸੀ ਦਿੱਤਾ ਕਿ ਉਸ ਦੀ ਪੋਟਲੀ ਵਿੱਚ ਕੋਈ ਮੋਰੀ ਵੀ ਹੈ। ਉਹਨੇ ਚੁੱਕ ਕੇ ਊਰਿਮ ਅਤੇ ਥੁਮਿਮ ਚੁੱਕ ਕੇ ਅਤੇ ਇਹਨਾਂ ਨੂੰ ਪੋਟਲੀ ਵਿੱਚ ਵਾਪਸ ਪਾ ਲਿਆ। ਪਰ ਜਦੋਂ ਉਸਨੇ ਇਹਨਾਂ ਨੂੰ ਜ਼ਮੀਨ ਤੇ ਪਏ ਦੇਖਿਆ ਤਾਂ ਇੱਕ ਹੋਰ ਗੱਲ ਉਸਦੇ ਜ਼ਿਹਨ ਵਿੱਚ ਆਈ। ਬਜ਼ੁਰਗ ਬਾਦਸ਼ਾਹ ਨੇ ਕਿਹਾ ਸੀ, ਨਿਸ਼ਾਨੀਆਂ ਪਛਾਣਨਾ ਸਿੱਖ ਅਤੇ ਉਹਨਾਂ ਤੇ ਅਮਲ ਕਰ। ਨਿਸ਼ਾਨੀ। ਮੁੰਡਾ ਆਪਣੇ ਆਪ ਵਿੱਚ ਹੀ ਮੁਸਕਰਾਇਆ। ਮੁੰਡੇ ਨੇ ਦੋਵੇਂ ਪੱਥਰ ਚੁੱਕ ਕੇ ਉਹਨਾਂ ਨੂੰ ਪੋਟਲੀ ਵਿੱਚ ਵਾਪਸ ਪਾ ਲਿਆ। ਉਸਨੇ ਪੋਟਲੀ ਵਿਚਲੀ ਮੋਰੀ ਨੂੰ ਠੀਕ ਨਾ ਕੀਤਾ। ਪੱਥਰ ਤਾਂ ਜਦੋਂ ਵੀ ਚਾਹੁਣ ਬਾਹਰ ਡਿੱਗ ਸਕਦੇ ਸਨ। ਉਸਨੇ ਇਹ ਸਿੱਖ ਲਿਆ ਹੋਇਆ ਸੀ ਕਿ ਕੁਝ ਚੀਜ਼ਾਂ ਐਸੀਆਂ ਹਨ ਜਿਨ੍ਹਾਂ ਬਾਰੇ ਬੰਦੇ ਨੂੰ ਸਵਾਲ ਨਹੀਂ ਕਰਨੇ ਚਾਹੀਦੇ ਤਾਂ ਕਿ ਕਿਤੇ ਆਪਣੀ ਹੀ ਹੋਣੀ ਤੋਂ ਦੂਰ ਨਾ ਹੋ ਜਾਵੇ। ਉਸਨੇ ਆਪਣੇ ਆਪ ਨੂੰ ਕਿਹਾ, ਮੈਂ ਵਾਅਦਾ ਕੀਤਾ ਸੀ ਕਿ ਆਪਣੇ ਫੈਸਲੇ ਮੈਂ ਖੁਦ ਕਰਾਂਗਾ। ਪਰ ਪੱਥਰਾਂ ਨੇ ਉਸਨੂੰ ਦੱਸ ਦਿੱਤਾ ਸੀ ਕਿ ਬਜ਼ੁਰਗ ਹਾਲੇ ਵੀ ਉਸ ਦੇ ਨਾਲ ਸੀ ਅਤੇ ਇਸ ਸੋਚ ਨਾਲ ਹੀ ਉਸ ਵਿੱਚ ਭਰੋਸਾ ਪੈਦਾ ਹੋ ਗਿਆ। ਉਸਨੇ ਇੱਕ ਵਾਰ ਫਿਰ ਖਾਲੀ ਬਾਜ਼ਾਰ ਵੱਲ ਦੇਖਿਆ, ਪਰ ਇਸ ਵਾਰ ਉਸ ਵਿੱਚ ਪਹਿਲਾਂ ਜਿੰਨੀ ਨਿਰਾਸ਼ਾ ਨਹੀਂ ਸੀ। ਇਹ ਕੋਈ ਅਜਨਬੀ ਥਾਂ ਨਹੀਂ ਸੀ। ਹਾਂ, ਇਹ ਨਵੀਂ ਜ਼ਰੂਰ ਸੀ। ਆਖਰਕਾਰ ਉਹ ਸਦਾ ਇਹੀ ਕੁਝ ਤਾਂ ਕਰਨਾ ਚਾਹੁੰਦਾ ਸੀ, ਨਵੇਂ ਥਾਵਾਂ ਨੂੰ ਜਾਣਨਾ। ਭਾਵੇਂ ਉਹ ਕਦੇ ਵੀ ਪਿਰਾਮਿਡਾਂ ਤੱਕ ਨਾ ਪਹੁੰਚ ਸਕੇ, ਫਿਰ ਵੀ ਉਹ ਜਿੰਨੀ ਦੂਰ ਤੱਕ ਆ ਗਿਆ ਹੈ ਉਨੀ ਦੂਰ ਤੱਕ ਉਹਦੇ ਜਾਣਕਾਰਾਂ ਵਿੱਚੋਂ ਕੋਈ ਵੀ ਆਜੜੀ ਨਹੀਂ ਸੀ ਆ ਸਕਿਆ। ਕਾਸ਼ ਕਿ ਲੋਕ ਜਾਣ ਸਕਣ ਕਿ ਜਿੱਥੇ ਉਹ ਰਹਿੰਦੇ ਹਨ ਉੱਥੋਂ ਸਮੁੰਦਰ ਰਾਹੀਂ 2 ਘੰਟੇ ਦੇ ਸਫ਼ਰ ਤੋਂ ਬਾਅਦ ਹੀ ਹਾਲਾਤ ਕਿੰਨੇ ਤਬਦੀਲ ਹੋ ਜਾਂਦੇ ਹਨ। ਭਾਵੇਂ ਹਾਲ ਦੀ ਘੜੀ ਉਸਦਾ ਨਵਾਂ ਸੰਸਾਰ ਸਿਰਫ ਖਾਲੀ ਬਾਜ਼ਾਰ ਤੱਕ ਸੀਮਤ ਹੋ ਗਿਆ ਸੀ, ਫਿਰ ਵੀ ਉਹ ਇਸ ਨੂੰ ਉਸ ਵੇਲੇ ਵੀ ਦੇਖ ਚੁੱਕਾ ਸੀ ਜਦੋਂ ਇਸ ਵਿੱਚ ਲਹਿਰਾਂ ਬਹਿਰਾਂ ਸਨ ਅਤੇ ਉਹ ਇਸ ਨੂੰ ਕਦੇ ਵੀ ਭੁੱਲ ਨਹੀਂ ਸਕੇਗਾ। ਉਸਨੂੰ ਉਹ ਤਲਵਾਰ ਵੀ ਚੇਤੇ ਆਈ। ਇਸ ਬਾਰੇ ਸੋਚਦੇ ਹੋਏ ਉਸ ਨੂੰ ਰਤਾ ਕੁ ਔਖ ਮਹਿਸੂਸ ਹੋਈ, ਪਰ ਉਸਨੇ ਪਹਿਲਾਂ ਕਦੇ ਵੀ ਇਹੋ ਜਿਹੀ ਤਲਵਾਰ ਨਹੀਂ ਸੀ ਦੇਖੀ। ਜਦੋਂ ਉਹ ਇਹਨਾਂ ਗੱਲਾਂ ਬਾਰੇ ਸੋਚਦਾ ਸੀ ਤਾਂ ਉਸਨੇ ਮਹਿਸੂਸ ਕੀਤਾ ਕਿ ਉਸਨੂੰ ਆਪਣੇ ਬਾਰੇ ਜਾਂ ਤਾਂ ਇੱਕ ਚੋਰ ਦਾ ਸ਼ਿਕਾਰ ਹੋਇਆ ਵਿਚਾਰਾ ਆਦਮੀ ਸਮਝਣਾ ਚਾਹੀਦਾ ਹੈ
ਅਤੇ ਜਾਂ ਫਿਰ ਆਪਣੇ ਖਜ਼ਾਨੇ ਦੀ ਭਾਲ ਕਰਨ ਜਾ ਰਿਹਾ ਖੋਜੀ। ਉਸਨੇ ਆਪਣੇ ਆਪ ਨੂੰ ਕਿਹਾ, ਮੈਂ ਤਾਂ ਇੱਕ ਖੋਜੀ ਹਾਂ, ਆਪਣਾ ਖਜ਼ਾਨਾ ਲੱਭ ਰਿਹਾ ਹਾਂ।